परम सत्कारयोग सतगुरां दी साजी और नवाजी साध संगत जीओ, आप माई भाई धन तद जोग हों जिन्हां नूं गुरु चरणां दे विच बैठण दे सुभाग समय प्राप्त होए ने। आप माई भाई काफ़ी समय तो लै करके चबरा तख्तां दे मालक गुरता गद्दी ते विराजमान प्रतख सतगुरु सारे संसार दे सांझे रहबर धन धन साहिब श्री गुरु ग्रंथ साहिब महाराज जी दे पावन पवित्र चरना कमलों दे विच बैठ के आनंद माणदे आ रहे हो। तो गुरमुख प्यारिओ, सतगुरु महाराज जी कलगीधर पातशाह गुरु गोबिंद सिंह महाराज जी ਅੰਮ੍ਰਿਤਸਰ ਦੀ ਧਰਤੀ ਵਾਹਿਗੁਰੂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੋਤ ਜਗਾਉਂਦੇ ਨੇ। ਸਿੱਖ ਸੰਗਤਾਂ ਨੂੰ ਤਾਰਦੇ ਆ। ਤਾਂ ਗੁਰਮੁਖ ਪਿਆਰਿਓ, ਆਪਾਂ ਲੜੀਵਾਰ ਇਤਿਹਾਸ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਚਾਰ ਕਰਦੇ ਆ ਰਹੇ ਹਾਂ। पहाड़ी राजे बलिया चंद अते आलम चंद नाल मुठभेड़। दूसरे दिन सतगुरु जी का दीवान लगा तो सब खालसा भुजंगी सातर सजा के आप जी दे हाजिर हो के गज के फतेह बुला के आप जी नूं नमस्कार करके बैठ जाते हैं। अते सारे सूरमे आप जी दे दीदार करके बैठ गए थे। पहाड़ी राजियां वल्लों पिंडां विचों फौजी चौकियां बिठाउण दी ते होर विरोधी गल्लां करन दी चर्चा छिड़ पई। आपस विच कहण लगे कि पहाड़ी राजे सैना नूं लैके आनंदपुर साहिब नूं घेरा पाउणा चाहीदा है। कई निजक हो के गुरु जी नाल जंग छेड़ना चाहीदा है। कई राजियां ने सलाह की कि गुरु जी शिकार चढ़ के इधर साडे पास आउंदे हन तां असीं उन्हां नाल जोर अजमाई कर लवांगे। पहाड़ीए कहंदे कि गुरु जी सैना नाल सैना लड़ा के आप सभा विच बैठ के गल्लां बनाउंदे रहांगे। असी ਸਿੰਘਾਂ नाल नहीं लड़ांगे, गुरु जी नाल ही सीधी टक्कर लैके उन्होंने फड़ के मारांगे। पहाड़ी राजे कहंदे। ਸਿੰਘਾਂ ਦੀਆਂ ਇਹ ਗੱਲਾਂ सुन के सतगुरु जी ने कहा कि असी कल सवेरे ही उस पासे जावांगे अते शेर दा शिकार करांगे। दूसरे दिन सवेर होंदिया ही रणजीत नगारा बजिया, जिहदी गर्ज सुन के सारा खालसा सातर साज के त्यार बर त्यार हो गए। अगे उच्ची आवाज़ नाल धुन नाल नगारा बजदा जा रहा ते पिछे
ਖਾਲਸੀ ਜੈਕਾਰੇ ਬੁਲਾਉਂਦੇ ਜਾ ਰਹੇ ਹਨ। ਤਾਂ ਗੁਰਮੁਖ ਪਿਆਰਿਓ, ਵੱਡੇ ਜੰਗਲ ਵਿੱਚ ਜਾ ਵੜਿਆ। ਜੰਗਲ ਵਿੱਚ ਨਗਾਰਾ ਵੱਜਦਾ ਜਾ ਰਿਹਾ ਹੈ ਅਤੇ ਖਾਲਸਾ ਬੰਦੂਕਾਂ ਨਾਲ ਜਾਨਵਰਾਂ ਦਾ ਸ਼ਿਕਾਰ ਕਰਦਾ ਜਾ ਰਿਹਾ ਹੈ ਅਤੇ ਜਿਸ ਨਾਲ ਜੰਗਲ ਵਿੱਚ ਬੜੀ ਹਲਚਲ ਮਚ ਗਈ। ਸ਼ਿਕਾਰ ਖੇਡਦੇ ਤੇ ਪਹਾੜਾਂ ਦੀਆਂ ਸੈਰ ਕਰਦੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਸ ਦਿਸ਼ਾ ਨੂੰ ਗਏ ਜਿੱਧਰ ਪਹਾੜੀ ਰਾਜਿਆਂ ਦੇ ਡੇਰਾ ਲੱਗਿਆ ਹੋਇਆ ਸੀ। ਤਾਂ ਗੁਰਮੁਖ ਪਿਆਰਿਓ, ਰਾਜਾ ਬਲੀਆ ਚੰਦ ਤੇ ਆਲਮ ਚੰਦ, ਜਿਨ੍ਹਾਂ ਨੂੰ ਆਪਣੇ ਬਾਹੂਬਲ ਤੇ ਬੜਾ ਮਾਣ ਸੀ, ਉਹ ਆਪਣੇ ਆਪ ਨੂੰ ਬੜਾ ਸਮਝਦੇ ਸੀ, ਅਸੀਂ ਤਾਕਤਵਰ ਹਾਂ, ਬੜਾ ਮਾਣ ਸੀ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਬੜਾ ਸਮਰੱਥ ਹੈ। ਉਹ ਜੋ ਜੀ ਚਾਹੇ ਸੋ ਕਰਵਾ ਸਕਦਾ, ਸਮਰੱਥ ਹੈ। ਤਾਂ ਗੁਰਮੁਖ ਪਿਆਰਿਓ, ਇਹਨਾਂ ਨੂੰ ਬੜਾ ਮਾਣ ਸੀ ਆਪਣੇ ਤੇ, ਬਾਹੂਬਲ ਤੇ। ਨਗਾਰੇ ਦੀ ਧੁਨ ਸੁਣ ਕੇ ਛੇਤੀ ਹੀ ਬੜੇ ਹੌਸਲੇ ਨਾਲ ਆਪਣੀ ਸੈਨਾ ਨੂੰ ਲੜਾਈ ਵਾਸਤੇ ਤਿਆਰ ਕਰਕੇ ਗੁਰੂ ਜੀ ਦੇ ਸਾਹਮਣੇ ਆ ਕੇ ਖੜ ਗਏ। ਥੋੜੇ ਸਿੰਘ ਸਨ ਅਤੇ ਪਹਾੜੀ ਦਲ ਬਹੁਤ ਸੀ। ਆਮੋ ਸਾਹਮਣੇ ਬੰਦੂਕਾਂ ਚੱਲਣ ਲੱਗ ਪਈਆਂ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੜਾਈ ਦਾ ਦਾਵ ਘਾਵ ਵੇਖਣ ਵਾਸਤੇ ਆਪ ਇੱਕ ਪਾਸੇ ਨੂੰ ਦੂਰ ਜਾ ਕੇ ਖੜੇ ਹੋ ਗਏ। ਸਿੰਘਾਂ ਨੇ ਜਦ ਆਪਣੇ ਵਿੱਚ ਗੁਰੂ ਜੀ ਨੂੰ ਨਾ ਵੇਖਿਆ ਤਾਂ ਉਹ ਘਬਰਾ ਗਏ ਵੀ ਗੁਰੂ ਜੀ ਕਿੱਧਰ ਚਲੇ ਗਏ ਆ। ਜਿਸ ਕਰਕੇ ਸਿੰਘਾਂ ਦੇ ਥੋੜੇ ਜਿਹੇ ਹੌਸਲੇ ਡੋਲ ਗਏ ਤੇ ਪੈਰ ਉਖੜਨ ਲੱਗੇ ਤੇ ਕੁਝ ਸਿੰਘ ਸ਼ਹੀਦੀਆਂ ਵੀ ਪ੍ਰਾਪਤ ਕਰ ਗਏ ਸਨ। ਮਹਾਰਾਜ ਵੇਖਦੇ ਸੀ ਮੇਰਾ ਖਾਲਸਾ ਕਿੰਨਾ ਕੁ ਚੜ੍ਹਦੀ ਕਲਾ 'ਚ ਆ। ਥੋੜਾ ਜਿਹਾ ਸਾਈਡ ਤੇ ਹੋ ਕੇ ਵੇਖਣ ਲੱਗੇ ਵੀ ਖਾਲਸਾ ਕਿੰਨੀ ਕੁ ਚੜ੍ਹਦੀ ਕਲਾ 'ਚ ਆ। ਜਦ ਇਹ ਦਿਸ਼ਾ ਹੋ ਗਈ ਤਾਂ ਇੱਕ ਸਿੰਘ ਘੋੜਾ ਭਜਾ ਕੇ ਗੁਰੂ ਜੀ ਪਾਸ ਆ ਗਿਆ ਅਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪਣਾ ਬਿਰਦ ਦੀ ਲਾਜ ਰੱਖੋ। ਜੇ ਪਹਾੜੀਆਂ ਤੋਂ ਖਾਲਸੇ ਨੂੰ ਹਾਰ ਹੋ ਗਈ ਤਾਂ ਸਾਡਾ ਇੱਥੇ ਰਹਿਣਾ ਬੜਾ ਔਖਾ ਹੋ ਜਾਊਗਾ। ਪਹਾੜੀਏ ਸਾਨੂੰ ਦਵੇਲੇ ਬਣਾ ਲੈਣਗੇ। ਖਾਲਸੇ ਦੇ ਸਿਰ ਤੇ ਹੱਥ ਰੱਖ ਕੇ ਪਹਾੜੀਆਂ ਦਾ ਹੰਕਾਰ ਤੋੜੋ। ਸਿੱਖ ਤੋਂ ਇਹ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੋਲੇ, ਦੋਹਰਾ ਸਿੱਧਕ ਪੁਕਾਰੇ ਖਾਲਸਾ, ਗੁਰ ਕੀ ਬਾਣੀ ਪਾਠ, ਆਪ ਸਿੰਘ ਆਪੇ ਵਿਪਨ ਬਿਰਦ ਬਿਹਾਰੀ ਰਾਠ। ਅਰਥ ਬਣਦੇ ਆ, ਕਹਿੰਦੇ ਗੁਰੂ ਦੀ ਬਾਣੀ ਦਾ ਪਾਠ ਕਰਕੇ ਖਾਲਸਾ ਆਪਣੇ ਆਪ ਨੂੰ ਸਿੱਧਕੀ ਕਹਿੰਦਾ ਸੀ। ਆਪ ਹੀ ਸ਼ੇਰ ਤੇ ਆਪ ਹੀ ਜੰਗਲ ਬਣਦਾ ਸੀ, ਪਰ ਅੱਜ ਕਿਉਂ ਸਾਡੇ ਬਿਰਦ ਦਾ ਵਾਸਤਾ ਪਾਉਂਦਾ ਹੈ। ਨੋਟ ਇਹਨਾਂ ਬਚਨਾਂ ਤੋਂ ਸਿੱਧ ਹੁੰਦਾ ਹੈ ਕਿ ਖਾਲਸਾ ਕੁਝ ਹੰਕਾਰ ਵਿੱਚ ਹੋ ਗਿਆ ਸੀ।
ਜਿਹੜੇ ਗੁਰੂ ਜੀ ਦੇ ਬਚਨ ਨੇ ਇਹ ਤੋਂ ਥੋੜ੍ਹਾ ਜਿਹਾ ਸਪਸ਼ਟ ਹੁੰਦਾ ਵੀ ਤਾਂ ਮਹਾਰਾਜ ਜੀ ਸਾਈਡ 'ਤੇ ਹੋ ਗਏ ਵੀ ਦੇਖੀ ਇਹਨਾਂ ਦਾ ਬਾਹੂਬਲ। ਇਹਨਾਂ ਬਚਨਾਂ ਤੋਂ ਸਿੱਧ ਹੁੰਦਾ ਹੈ ਕਿ ਖਾਲਸਾ ਕੁਝ ਹੰਕਾਰ ਵਿੱਚ ਹੋ ਗਿਆ ਸੀ, ਜਿਸ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਉਹਨਾਂ ਨੂੰ ਰਣ ਖੇਤਰ ਵਿੱਚ ਛੱਡ ਕੇ ਸਾਈਡ 'ਤੇ ਹੋ ਗਏ ਸਨ। ਪਹਾੜੀਆਂ ਤੋਂ ਮਾਰ ਖਾ ਕੇ ਜਦੋਂ ਖਾਲਸੇ ਦਾ ਹੰਕਾਰ ਦੂਰ ਹੋ ਗਿਆ ਤਾਂ ਉਹਨਾਂ ਨੇ ਗੁਰੂ ਜੀ ਅੱਗੇ ਬਿਰਧ ਰੱਖਣ ਦਾ ਵਾਸਤਾ ਪਾਇਆ, ਸੱਚਾ ਪਾਤਸ਼ਾਹ ਕਿਰਪਾ ਕਰੋ, ਤੁਸੀਂ ਸਾਡੀ ਰੱਖਿਆ ਕਰ ਸਕਦੇ ਹੋ, ਤੁਸੀਂ ਸਾਡੇ ਤੇ ਕਿਰਪਾ ਕਰੋ, ਰਹਿਮਤ ਕਰੋ। ਗੁਰੂ ਅੱਗੇ ਬਿਰਧ ਰੱਖਣ ਵਾਸਤੇ ਵਾਸਤਾ ਪਾਇਆ, ਜਿਸ ਕਰਕੇ ਗੁਰੂ ਜੀ ਨੇ ਆਪਣੇ ਸ਼ਕਤੀਸ਼ਾਲੀ 5 ਬਾਣਾਂ ਨਾਲ ਹੀ ਪਹਾੜੀਆਂ ਦੇ ਹੌਸਲੇ ਤੋੜ ਦਿੱਤੇ। ਆਖੋ ਸਤਿਨਾਮ। 5 ਤੀਰ ਛੱਡੇ ਮਹਾਰਾਜ ਜੀ ਨੇ, ਤਿੱਲੇ ਦੇ ਉੱਤੇ ਚੜਾਇਆ ਤੀਰ, ਜਦੋਂ ਛੱਡਿਆ ਕਈ ਦੀਆਂ ਸਾਥੀਆਂ ਬਿਨਦਾ ਜਾਂਦਾ। ਆਖੋ ਸਤਿਨਾਮ। ਇਸ ਦੋਹਰੇ ਦੁਆਰਾ ਸਿੰਘਾਂ ਨੂੰ ਉਹਨਾਂ ਦੇ ਹੰਕਾਰ ਹੋਣ ਦਾ ਸੁਝਾਓ ਦੇ ਕੇ ਆਪ ਜੀ ਨੇ ਉੱਥੇ ਉੱਚੀ ਥਾਂ ਖੜੇ ਹੋ ਕੇ 5 ਤੀਰ ਪਹਾੜੀਆਂ ਉੱਤੇ ਛੱਡੇ। ਜਦ ਉਹ ਤੀਰ ਸੂਕਦੇ ਹੋਏ ਬੜੀ ਉੱਚੀ ਆਵਾਜ਼ ਨਾਲ ਗੁਰੂ ਜੀ ਨੇ ਧੁਨਸ ਵਿੱਚੋਂ ਚਲਾਏ ਤਾਂ 4 ਸਪੇਰੇ ਤੋਂ ਗੁਪਤ ਫੌਜਾਂ ਉਸਲ ਕੇ ਭਾਵ ਕਿ ਛਾਲਾਂ ਮਾਰ ਕੇ ਗੁਰੂ ਜੀ ਦੇ ਨਾਲ ਧੁਨਸ ਵਿੱਚੋਂ ਚੱਲੇ 4 ਸਪੇਰੇ ਤੋਂ ਗੁਪਤ ਫੌਜਾਂ ਛਾਲਾਂ ਮਾਰ ਕੇ ਆਉਂਦੀਆਂ ਖਾਲਸੇ ਨੂੰ ਦਿਸੀਆਂ, ਜਿਨ੍ਹਾਂ ਨੇ ਆਣ ਕੇ ਭਿਆਨਕ ਯੁੱਧ ਕਰ ਦਿੱਤਾ। ਸ਼ਾਸਤਰਾਂ ਉੱਤੇ ਸ਼ਾਸਤਰਾਂ ਦੇ ਵਾਰ ਹੋਣ ਲੱਗੇ। ਦੋਵੇਂ ਪਾਸੇ ਹੈਰਾਨ ਹੁੰਦੇ ਕਿ 81 ਫੌਜਾਂ ਕਿੱਥੋਂ ਆ ਗਈਆਂ ਹਨ। ਇਹ ਜਿਹੜੀਆਂ ਗੁਪਤ ਰੂਹਾਂ ਹੁੰਦੀਆਂ ਨੇ ਨਾ, ਜਿਹੜੀਆਂ ਗੁਪਤ ਰੂਹਾਂ ਰਹਿੰਦੀਆਂ ਨੇ, ਸ਼ਹੀਦੀ ਰੂਹਾਂ, ਇਹ ਜਿਹੜੇ ਨਾਮ ਜਪਣ ਵਾਲੇ ਆ, ਬੰਦਗੀ ਕਰਨ ਵਾਲੇ ਆ, ਭਜਨ ਕਰਨ ਵਾਲੇ ਆ, ਉਹਨਾਂ ਦੇ ਨਾਲ ਗੁਪਤ ਰੂਹਾਂ ਰਹਿੰਦੀਆਂ ਨੇ। ਸ਼ਹੀਦੀ ਰੂਹਾਂ ਨਾਲ ਰਹਿੰਦੀਆਂ ਨੇ। ਜਿੱਥੇ ਸ਼ਹੀਦੀ ਰੂਹਾਂ ਨਾਲ ਰਹਿੰਦੀਆਂ ਨੇ ਤੇ ਉੱਥੇ ਰਿੱਧੀਆਂ ਸਿੱਧੀਆਂ ਵੀ ਹੱਥ ਜੋੜੀ ਖੜੀਆਂ ਨੇ। ਆਖੋ ਸਤਿਨਾਮ। ਰਿੱਧੀਆਂ ਸਿੱਧੀਆਂ ਸ਼ਕਤੀਆਂ ਨਾਮ ਜਪਣ ਵਾਲਿਆਂ ਦੇ, ਬੰਦਗੀ ਕਰਨ ਵਾਲਿਆਂ ਦੇ, ਬਾਣਾ ਬਾਣੀ ਦੇ ਧਾਰਨੀ ਨੇ, ਜਿਹੜੇ ਰਹਿਤ ਮਰਿਆਦਾ ਵਿੱਚ ਪ੍ਰਪੱਕ ਨੇ, ਉਹਨਾਂ ਅੱਗੇ ਰਿੱਧੀਆਂ ਸਿੱਧੀਆਂ ਹੱਥ ਜੋੜੀ ਖੜੀਆਂ ਹੁੰਦੀਆਂ ਨੇ ਵੀ ਸਾਨੂੰ ਹੁਕਮ ਕਰੋ ਤੇ ਕੀ ਸੇਵਾ ਕਰੀਏ। ਤੇ ਰੱਬੀ ਰੂਹਾਂ ਦੇ ਪਹਿਰੇ ਨਾਲ ਲੱਗੇ ਹੁੰਦੇ ਨੇ। ਜਿੱਥੇ ਨਾਮ ਜਪਿਆ ਜਾਂਦਾ, ਬੰਦਗੀ ਹੁੰਦੀ ਹੈ, ਕਥਾ ਕੀਰਤਨ ਹੁੰਦਾ, ਉੱਥੇ ਫਿਰ ਗੁਰਮੁਖ ਪਿਆਰੇ ਸ਼ਹੀਦੀ ਪਹਿਰੇ ਲੱਗ ਜਾਂਦੇ ਨੇ। ਆਖੋ ਸਤਿਨਾਮ। ਗੁਪਤ ਰੂਹਾਂ ਦੇ, ਉਹ ਹਰੇਕ ਨੂੰ ਨਹੀਂ ਦਿਖਦੀਆਂ, ਉਹਨਾਂ ਦੀਆਂ ਆਵਾਜ਼ਾਂ ਹੀ ਸੁਣਦੀਆਂ ਨੇ। ਤਾਂ ਸਾਨੂੰ ਉਹਨਾਂ ਦੇ ਭੁਲੇਖੇ ਪੈਂਦੇ ਨੇ ਵੀ ਜਿਵੇਂ ਕੋਈ ਲਹੂ ਦੀ ਲੰਘ ਗਿਆ, ਜਾਂ ਕਿਸੇ ਨੇ ਆਵਾਜ਼ ਮਾਰੀ, ਜਾਂ ਜੋੜਿਆਂ ਦਾ ਖੜਕਾ ਹੋਇਆ। ਐਂ ਫਿਰ ਉਹ ਰੱਬੀ ਰੂਹਾਂ ਦੇ ਐਂ ਭੁਲੇਖੇ ਪੈਂਦੇ ਨੇ, ਉਹ ਦਿਖਦੇ ਨਹੀਂ ਹੁੰਦੀਆਂ। ਜਿੱਥੇ ਨਾਮ ਜਪਣ ਵਾਲੇ ਰੂਹਾਂ ਹੁੰਦੀਆਂ ਨੇ, ਉੱਥੇ ਫਿਰ ਉਹ ਸ਼ਹੀਦੀ ਪਹਿਰੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਵੱਲੋਂ ਲੱਗ ਜਾਂਦੇ ਆ। ਤਾਂ ਗੁਰਮੁਖ ਪਿਆਰਿਓ, ਸਾਰਿਆਂ ਨੇ ਦੇਖਿਆ ਜਦੋਂ ਵੀ 81 ਫੌਜਾਂ ਰੱਬੀ ਰੂਹਾਂ ਇਹ ਕਿੱਥੋਂ ਆ ਗਈਆਂ ਹਨ। ਗੋਲੀਆਂ, ਬੰਦੂਕਾਂ, ਢੋਲ, ਨਗਾਰੇ ਆਦਿ ਚੱਲਣ ਵੱਜਣ ਨਾਲ ਅਤੇ ਸੂਰਮਿਆਂ ਦੇ
हल्ला होल बोल नाल बहुत रौला पै गया। जकारे छड़ रहे ने सिंह। अपनी फौज की हार हुंदी वेख के बलिया चंद अगे होके लड़न लगा। इहदा टाकरा करन वास्ते उदय सिंह अपने साथी लैके इहदे सामने आ गया। दूजा राजा आलम चंद भी अगे होके सूरमिਆਂ ਨੂੰ ਬੰਗਾਰਨ लगा कि कोई सूरमा मेरे सामने आवे। इस दी बंगार सुन के भाई आलम सिंह गुस्से नाल तलवार नंगी करके इहदे सामने आ गया। दोवें सूरमे आलम ते चंद ते आलम सिंह तलवारां नाल युद्ध करन लगे। ਤਾਂ ਗੁਰਮੁਖ ਪਿਆਰਿਓ ਆਲਮ ਸਿੰਘ ਨੇ ਆਲਮ ਚੰਦ ਦੀ ਤਲਵਾਰ ਦਾ ਵਾਰ ਆਪਣੀ ਢਾਲ ਉੱਤੇ ਰੋਕ ਕੇ ਆਲਮ ਚੰਦ ਉੱਤੇ ਐਸਾ ਵਾਰ ਕਰਕੇ ਤਲਵਾਰ ਚਲਾਈ। ਤਲਵਾਰ ਵਾਲੀ ਸੱਜੀ ਬਾਂਹ ਕੱਟ ਦਿੱਤੀ। ਆਖੋ ਸਤਨਾਮ। जिस करके आलम चंद नकारा होके भज गए। जदों ऐसी तलवार चलाई उन्हें जदों तलवार मारी तो गुरमुख प्यारे सिंघां ने तलवार रोक ली ते सिंह ने ऐसा वार किया जिहदे हथ में तलवार फड़ी हुई सी वो तलवार इउं वढ़ दित्ती जिवें मूली दे उत्ते गाजर दे उत्ते किरपान मारी है। जदों ये होया तां पिछे नूं भज गया। आखो सतनाम। दूसरा राजा बलिया चंद बड़े गुस्से नाल ਸਿੰਘਾਂ नूं बाण नाल घायल कर रहा सी, तीर मार रहा सी। ਉਹਦੇ सामने होके उदय सिंह ने ਸਿੰਘਾਂ ਨੂੰ ਲਲਕਾਰਿਆ ਕਿ ਵੇਖਦੇ ਹਾਂ ਕਿ ਦੁਸ਼ਮਣ ਵਧਿਆ ਆ ਰਿਹਾ ਹੈ, ਇਸ ਉੱਤੇ ਗੋਲੀਆਂ ਦੀ ਬਾਸੜ ਕਰ ਦਿਓ। ਇਹ ਲਲਕਾਰ ਸੁਣ ਕੇ ਸਿੰਘਾਂ ਨੇ ਇੱਕੋ ਵਾਰ ਹੀ ਮਿਲ ਕੇ ਬੰਦੂਕਾਂ ਚਲਾ ਦਿੱਤੀਆਂ, ਜਿਨ੍ਹਾਂ ਨਾਲ ਬਲੀਆ ਚੰਦ ਦੇ ਬਹੁਤ ਸਾਥੀ ਮਾਰੇ ਗਏ ਅਤੇ ਉਹ ਆਪ एक गोली पेट विच लगन नाल फटड़ होके वो भी पिछे नूं भज गया। उहदे भजण नाल उसदे सैनिक भी उहदे पिछे ही भज गया। आखो सतनाम। जदों गोली लगी तां उहदे जिहड़े चेले सी वो भी सारे पिछे नूं भज गए अते ਸਿੰਘਾਂ दी जित हो गई। भाई राम कुआर जी ने संगत नूं दस्सिया कि मैं उस समय गुरु जी दे कोल युद्ध विच सी। उस समय मैं गुरु जी दे कोल युद्ध विच सी। जद मैं बहुत सिंह शहीद होए वेखे तां मेरा मन डर नाल कंब गया। मैनू डरिया वेख के कलगीधर पातशाह गुरु गोबिंद सिंह महाराज जी हस के कहा, कहते जिस तरह उदों नूं अपनी खुशी नाल ही संसार विच छड्ड के कृष्ण जी परलोक चले गए सन, इसे तरह असीं भी तैनूं संसार ते छड्ड के आप सचखंड नूं पहला चले जावांगे। तू डर नहीं निरभै ते बेडर हो जा। जदों सतगुरु जी ने इउं आखिया कहण लगा तां मैं रोण लग पिया। गुरु जी ने कहा तू रो नहीं, खालसा दुश्मन नूं जित के आ रहा है। इतने समय नूं खालसा फतेह प्राप्त करके आ गया ते शहीदां दियां 81 फौजां गुप्त हो गईयां। उपरंत सतगुरु जी ने
ਸਾਰੇ ਸ਼ਹੀਦ ਸਿੰਘਾਂ ਨੂੰ ਇਕੱਠਿਆਂ ਕਰਕੇ ਉਹਨਾਂ ਦਾ ਸੰਸਕਾਰ ਕਰਵਾਇਆ ਅਤੇ ਜਿਹੜੇ ਫੱਟੜਾਂ ਨੂੰ ਚੁੱਕ ਕੇ ਆਨੰਦਪੁਰ ਲਿਆ ਕੇ ਉਹਨਾਂ ਦੀ ਮੱਲਮ ਪੱਟੀ ਕਰਵਾਈ। ਤਾਂ ਗੁਰਮੁਖ ਪਿਆਰਿਓ, ਹਾਰ ਖਾ ਕੇ ਰਾਜੇ ਨੇ ਸਲਾਹ ਕਰਨੀ। ਹੁਣ ਹਾਰ ਹੋ ਗਈ ਜਦੋਂ, ਫਿਰ ਸਾਰੇ ਰਾਜੇ ਇਕੱਠੇ ਹੋ ਕੇ ਸਲਾਹ ਕਰਨ ਲੱਗ ਪਏ। ਪਹਾੜੀ ਰਾਜੇ ਆਪਣੀ ਹਾਰ ਵੇਖ ਕੇ ਬੜੇ ਹੈਰਾਨ ਹੋਏ ਕਿ ਗੁਰੂ ਜੀ ਪਾਸ ਥੋੜੀ ਜਿਹੀ ਸਿੰਘ ਸਨ, ਅਸੀਂ ਆਪਣੇ 2 ਰਾਜਿਆਂ ਨਾਲ ਬਹੁਤ ਸਾਰੀ ਫੌਜ ਭੇਜੀ ਸੀ, ਫਿਰ ਗੁਰੂ ਜੀ ਨੇ ਜਿੱਤ ਕਿਸ ਤਰ੍ਹਾਂ ਪ੍ਰਾਪਤ ਕਰ ਲਈ। ਬਲੀਆ ਚੰਦ ਤੇ ਆਲਮ ਚੰਦ ਦੋਵੇਂ ਬਹਾਦਰ ਯੁੱਧ ਵਿਦਿਆ ਦੇ ਜਾਣੂ, ਫਿਰ ਉਹ ਫੱਟੜ ਹੋ ਕੇ ਭੱਜ ਕਿਉਂ ਆਏ? ਜੇਕਰ ਕਲਗੀਧਰ ਪਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਵੀ ਸਾਡੇ ਵਾਂਗੂ ਟਿੱਡੀ ਦਲ ਫੌਜ ਹੋਵੇ ਤਾਂ ਸਾਡੇ ਰਾਜ ਕਿੱਥੇ ਰਹਿ ਸਕਦੇ ਨੇ? ਸਾਡੇ ਰਾਜ ਫਿਰ ਕਿਸ ਤਰ੍ਹਾਂ ਰਹਿ ਸਕਦੇ ਨੇ? ਤਾਂ ਗੁਰਮੁਖ ਪਿਆਰਿਓ ਕਹਿਣ ਲੱਗੇ, ਕਹਿੰਦੇ ਕਮੀਨੀ ਜਾਤ ਦੇ ਲੋਕ ਪੌਲ ਲੈ ਕੇ ਕੇਸ ਕੱਸ ਤੇ ਤਲਵਾਰ ਧਾਰਨ ਕਰ ਲੈਂਦੇ ਹਨ ਤੇ ਮਾਰਾ ਬਕਾਰਾ ਕਰਕੇ ਕਿਸੇ ਪਾਤਸ਼ਾਹ ਰਾਜੇ ਨੂੰ ਕੁਝ ਨਹੀਂ ਸਮਝਦੇ। ਕਹਿੰਦੇ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਇਹ ਕਿਸੇ ਰਾਜੇ ਨੂੰ ਵੀ ਕੁਝ ਨਹੀਂ ਸਮਝਦੇ। ਇਸ ਤਰ੍ਹਾਂ ਰੋਜ਼ ਨਿੱਤਾ ਪ੍ਰਤੀ ਵੱਧਦੇ ਹੀ ਜਾਂਦੇ ਹਨ। ਇਹਨਾਂ ਦਾ ਹੁਣੇ ਹੀ ਉਪਾਅ ਕਰਨਾ ਚਾਹੀਦਾ ਹੈ। ਹੁਣ ਤਾਂ ਕੁਝ ਹੋ ਸਕਦਾ, ਪਰ ਜੇ ਵੱਧ ਗਏ ਤਾਂ ਫਿਰ ਕੁਝ ਨਹੀਂ ਬਣ ਸਕੇਗਾ। ਹੁਣ ਤਾਂ ਸਿੰਘ ਸੈਂਕੜਿਆਂ ਦੀ ਗਿਣਤੀ ਵਿੱਚ ਹਨ, ਜਦ ਇਹਨਾਂ ਦੀ ਹਜ਼ਾਰਾਂ ਲੱਖਾਂ ਦੀ ਗਿਣਤੀ ਹੋ ਗਈ, ਫਿਰ ਇਹਨਾਂ ਅੱਗੇ ਕੌਣ ਅੜੇਗਾ? ਇਸ ਤਰ੍ਹਾਂ ਜਦ ਪਹਾੜੀ ਰਾਜੇ ਸਲਾਹ ਕਰਕੇ ਗੁਰੂ ਜੀ ਨੂੰ ਦਬਾਉਣ ਵਾਸਤੇ ਬਾਦਸ਼ਾਹ ਦੀ ਫੌਜ ਨੂੰ ਸੱਦਣਾ ਚਾਹੁੰਦੇ ਸਨ, ਬਾਦਸ਼ਾਹ ਦੀ ਫੌਜ, ਔਰੰਗਜ਼ੇਬ ਦੀ ਫੌਜ। ਔਰੰਗ ਬਾਦਸ਼ਾਹ ਇਸ ਸਮੇਂ ਦੱਖਣ ਗਿਆ ਹੋਇਆ ਸੀ। ਉੱਥੇ ਉਸ ਪਾਸ ਭੇਜਣ ਵਾਸਤੇ ਰਾਜਿਆਂ ਨੇ ਇੱਕ ਵਜ਼ੀਰ ਤਿਆਰ ਕੀਤਾ ਕਿ ਇੱਕ ਰਾਜੇ ਨੇ ਹਜ਼ਾਰਾਂ ਰੁਪਈਆ ਦੀਆਂ ਵੱਖੋ ਵੱਖਰੀਆਂ ਆਪਣੀਆਂ ਭੇਟਾਂ ਬਾਦਸ਼ਾਹ ਨੂੰ ਦੇਣ ਵਾਸਤੇ ਵਜ਼ੀਰ ਨੂੰ ਤੋਰਿਆ। ਬਾਦਸ਼ਾਹ ਨੂੰ ਦੇਣ ਵਾਸਤੇ ਭੇਟਾਵਾਂ ਦੇ ਕੇ ਤੋਰਿਆ। ਬਾਦਸ਼ਾਹ ਨੂੰ ਦੇਣ ਵਾਸਤੇ ਇੱਕ ਵਜ਼ੀਰ ਨੂੰ ਚਿੱਠੀ ਲਿਖ ਕੇ ਦਿੱਤੀ ਕਿ ਗੁਰੂ ਜੀ ਨੇ ਦੇਸ਼ ਵਿੱਚ ਬੜਾ ਉਦਮ ਮਚਾਇਆ ਹੋਇਆ ਹੈ। ਉਹਨਾਂ ਨੇ ਇੱਕ ਨਵਾਂ ਪੰਥ ਖਾਲਸਾ ਪੈਦਾ ਕੀਤਾ ਹੈ ਅਤੇ ਸਾਡੇ ਨਾਲ ਉਹਨਾਂ ਨੇ ਕਈ ਲੜਾਈਆਂ ਲੜੀਆਂ ਹਨ। ਬਾਦਸ਼ਾਹ ਦਾ ਉਹ ਕੋਈ ਡਰ ਨਹੀਂ ਰੱਖਦੇ, ਜਿੱਧਰ ਕਿੱਧਰ ਜੰਗਲ ਦੇ ਵਿੱਚ ਸ਼ਿਕਾਰ ਖੇਡਦੇ ਫਿਰਦੇ ਹਨ। ਤੁਹਾਡੇ ਨਾਲੋਂ ਵੀ ਇਹਨਾਂ ਨੇ ਕਿਸੇ ਵੇਲੇ ਵਿਗੜ ਜਾਣਾ ਹੈ, ਇਸ ਕਰਕੇ ਅਸੀਂ ਤੁਹਾਨੂੰ ਸਾਰੀ ਖਬਰ ਭੇਜ ਦਿੱਤੀ ਹੈ। ਇਹਨਾਂ ਨੂੰ ਹੁਣੇ ਹੀ ਉਪਾਅ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਦਿਨ ਪ੍ਰਤੀ ਦਿਨ ਜ਼ੋਰ ਫੜਦੇ ਜਾ ਰਹੇ ਨੇ। ਤੁਸੀਂ ਆਪਣੀ ਫੌਜ ਭੇਜੋ ਜੋ ਸਾਡੇ ਨਾਲ ਮਿਲ ਕੇ ਇਹਨਾਂ ਨੂੰ ਇੱਥੋਂ ਜੰਗ ਕਰਕੇ ਕੱਢ ਦੇਵੇ। ਔਰੰਗਜ਼ੇਬ ਨੂੰ ਚਿੱਠੀ ਲਿਖੀ ਇਹਨਾਂ ਨੇ। ਇਹ ਵਜ਼ੀਰ ਪਹਿਲਾਂ ਦਿੱਲੀ ਸੂਬੇ ਦੇ ਪਾਸ ਗਿਆ ਅਤੇ ਉਸ ਨੂੰ ਜਾ ਕੇ ਰਾਜਿਆਂ ਵੱਲੋਂ ਸਾਰੀ ਗੱਲ ਦੱਸੀ।
सूबे ने सारे हालात वेख के औरंगजेब नूं भेज दिते अते वजीर नूं आख्या कि जदों बादशाह का हुक्म आ जाएगा तुहानूं सहायता वास्ते शाही सैना छेती ही भेज दी जाएगी। काजी का शंका निवृत्त करना, काजी का शंका निवृत्त करना। एक दिन कलगीधर पातशाह गुरु गोबिंद सिंह महाराज जी सभा लगा के आनंदपुर बैठे सन। अनेक प्रकार दीयां भेंटां लैके सिख सेवक दर्शन परस रहे सन। इस समय ही एक काजी सलारदीन जो सब हिंदुआ मुसलमानां नूं एक सार वेखदा सी, वो सारे हिंदुआ नूं सारे मुसलमानां नूं वो सलारदीन काजी एक वेखदा सी, वो कोई वखरा नहीं सी समझदा। सल प्रेम किसे नाल नहीं सी करदा। गुरु जी दे दर्शन करन आ गया, नमस्कार करके दीवान विच बैठ के गुरु जी अते संगत दा विहार वेखदा रहा। कदे गुरु जी वाल वेखदा है, कदे संगतां वाल वेखदा है भी की हो रहा की कर रहे ने। किस तरह संगत विच आण के गुरु जी नूं नमस्कार करके भेंटां करदी संगत, किस तरह सिंह अरदासां करते हैं अते खजानची खजाने विच रखी जाते हैं अते तुरदी हुई संगत नूं गुरु जी सिर पाओ ते होर जथा जोग माया दे के खुशियां दे के थापड़ा दिंदे हैं। जद दीवान की समाप्ति हो गई तो सलारदीन काजी ने पूछा, गुरु जीओ तुहाडे पास लोग अरदास क्यों करते आ? सलारदीन काजी ने गुरु गोबिंद सिंह महाराज जी ने पूछा, सच्चे पातशाह ये लोग तुहाडे पास अरदास क्यों करते हैं? फिर तुसी उन्हां नूं असीस दे के की कर दिंदे हो? मैं इस गल दा मनोरथ नहीं समझिया, क्योंकि खुदा ने पहला लिख दिता है कि ओही सब जीव जिथे किथे जाके भोगते हैं, और रब की लिखी हुई नूं कोई वध घट करके मेट नहीं सकता। लेखना मिट्टी ये सखी, जो लिखिया करतार, जो करतार ने परमेश्वर ने लिख दिता कहंदे वो मिटदा नहीं है। तुसी सारिਆਂ नूं प्रसन्न हो के जे कोई पुत्र दी दात मंगदा नूं पुत्र दे वर दिंदे हो, जे कोई धन मंगदा उन्हों धन की दात दे दिंदे हो। जो भी तुहाडे कोल बचन करदा कि कोई भी कुछ मंगदा है, तुसी उन्हां नूं असीसा दिंदे हो। इस झूठ कहण दा की लाभ आ? सलारदीन नूं आए सी किते महाराज जी झूठे कही जाते आ। सतगुरु जी ने कहा, काजी साहब तुसी बड़ी बुद्धि की गल कीती है। ये गल तुहाडी ठीक है, फिर भी असी जिस तरह लोगों नूं असीस दिंदे हाँ,
ਉਸ ਦੇ ਸੰਬੰਧ ਪ੍ਰੇਮ ਵਿੱਚ ਪ੍ਰੇਮ ਨਾਲ ਸੁਣੋ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਕਾਜੀ ਸਾਹਿਬ ਲੈ ਫਿਰ ਤੁਸੀਂ ਧਿਆਨ ਦੇ ਨਾਲ ਸੁਣੋ। ਇਹ ਆ ਕੇ ਗੁਰੂ ਜੀ ਨੇ ਇੱਕ ਕਾਗਜ਼ ਤੇ ਸਿਆਹੀ ਮੰਗਵਾ ਕੇ ਕਾਜੀ ਨੂੰ ਇੱਕ ਮੋਹਰ ਵਿਖਾਈ। ਦੇਖੋ ਸਮਝਾਉਣ ਦਾ ਤਰੀਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿੰਨਾ ਵਧੀਆ। ਇੱਕ ਕਾਗਜ਼ ਮੰਗਾ ਲਿਆ, ਸਿਆਹੀ ਮੰਗਾ ਲਈ, ਮੋਹਰ ਮੰਗਾ ਲਈ। ਤਾਂ ਗੁਰਮੁਖ ਪਿਆਰਿਓ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਫਿਰ ਵੀ ਅਸੀਂ ਜਿਸ ਤਰ੍ਹਾਂ ਲੋਕਾਂ ਨੂੰ ਅਸੀਸ ਦਿੰਦੇ ਹਾਂ, ਉਹਦੇ ਸੰਬੰਧ ਵਿੱਚ ਪ੍ਰੇਮ ਨਾਲ ਸੁਣੋ। ਇਹ ਆ ਕੇ ਗੁਰੂ ਜੀ ਨੇ ਇੱਕ ਕਾਗਜ਼ ਤੇ ਸਿਆਹੀ ਮੰਗਵਾ ਕੇ ਕਾਜੀ ਨੂੰ ਇੱਕ ਮੋਹਰ ਵਿਖਾਈ ਤੇ ਆਖਿਆ ਕਿ ਵੇਖੋ ਇਸ ਦੇ ਅੱਖਰ ਪੁੱਠੇ ਹਨ ਕਿ ਸਿੱਧੇ। ਇਨ੍ਹਾਂ ਪੁੱਠੇ ਅੱਖਰਾਂ ਨਾਲ ਕੋਈ ਕੰਮ ਨਹੀਂ ਸਿਮਰਦਾ। ਫਿਰ ਜਦ ਗੁਰੂ ਜੀ ਨੇ ਉਹ ਮੋਹਰ ਸਿਆਹੀ ਨਾਲ ਲਾ ਕੇ ਕਾਗਜ਼ ਉੱਤੇ ਲਾ ਦਿੱਤੀ, ਫਿਰ ਗੁਰੂ ਜੀ ਨੇ ਜਦ ਉਹੀ ਮੋਹਰ ਸਿਆਹੀ ਨਾਲ ਲਾ ਕੇ ਕਾਗਜ਼ ਉੱਤੇ ਲਾ ਦਿੱਤੀ ਤਾਂ ਉਸ ਦੇ ਸਾਰੇ ਅੱਖਰ ਸਿੱਧੇ ਹੋ ਗਏ। ਆਖੋ ਸਤਿਨਾਮ। ਇਹ ਦ੍ਰਿਸ਼ਟਾਂਤ ਵਿਖਾ ਕੇ ਗੁਰੂ ਜੀ ਨੇ ਕਾਜੀ ਨੂੰ ਕਿਹਾ, ਕਾਜੀ ਸਾਹਿਬ ਪਹਿਲਾਂ ਇਸੇ ਤਰ੍ਹਾਂ ਹੀ ਕਰਮ ਅਨੁਸਾਰ ਸਾਰੇ ਜੀਵਾਂ ਦੇ ਜੋ ਅੱਖਰ ਲਿਖੇ ਜਾਂਦੇ ਨੇ ਉਹ ਮੋਹਰ ਵਾਂਗੂ ਪੁੱਠੇ ਲਿਖੇ ਹੋਏ ਹੁੰਦੇ ਹਨ। ਮੋਹਰ ਵਾਂਗੂ ਨੀਵੇਂ ਹੋ ਕੇ ਆਪਣਾ ਮੱਥਾ, ਜਦੋਂ ਆਪਾਂ ਮੋਹਰ ਨੂੰ ਸਿਆਹੀ ਲਾ ਕੇ ਕਾਗਜ਼ ਦੇ ਉੱਤੇ ਲਾਉਂਦੇ ਆ ਤਾਂ ਉਹ ਅੱਖਰ ਸਿੱਧੇ ਹੋ ਜਾਂਦੇ ਨੇ। ਜਿਹੜੇ ਮੋਹਰ ਦੇ ਅੱਖਰ ਹੁੰਦੇ ਨੇ ਲਿਖੇ ਹੋਏ, ਉਹ ਪੜ੍ਹੇ ਨਹੀਂ ਜਾਂਦੇ, ਪੁੱਠੇ ਹੁੰਦੇ ਨੇ। ਜਦੋਂ ਸਿਆਹੀ ਲਾ ਕੇ ਉਹਨੂੰ ਮੋਹਰ ਨੂੰ ਕਾਗਜ਼ ਤੇ ਲਾਵਾਂਗੇ ਤੇ ਉਹ ਅੱਖਰ ਸਿੱਧੇ ਹੋ ਜਾਂਦੇ ਨੇ ਤੇ ਪੜ੍ਹੇ ਵੀ ਜਾਂਦੇ ਆ। ਮਹਾਰਾਜ ਜੀ ਕਹਿੰਦੇ ਮੋਹਰ ਵਾਂਗੂ ਨੀਵੇਂ ਹੋ ਕੇ ਅੱਖਰ ਆਪਣੇ, ਜਦੋਂ ਅਸੀਂ ਗੁਰੂ ਜੀ ਨੂੰ ਨੀਵੇਂ ਹੋ ਕੇ ਨਮਸਕਾਰ ਕਰਦੇ ਹਾਂ, ਮੱਥਾ ਗੁਰੂ ਚਰਨਾਂ ਤੇ ਲਾਉਂਦੇ ਹਾਂ ਤਾਂ ਪੁੱਠਿਆਂ ਤੋਂ ਸਿੱਧੇ ਹੋ ਜਾਂਦੇ ਨੇ। ਆਖੋ ਸਤਿਨਾਮ। ਆ ਇੱਕ ਧਾਰਾ ਬਾਬੇ ਨਾਨਕ ਦਾ, ਜਿੱਥੇ ਲੇਖ ਬਦਲੇ ਜਾਂਦੇ ਆ। ਜਿਹੜੇ ਸਾਡੇ, ਅਸੀਂ ਕਹਿੰਦੇ ਸਾਡੇ ਮਾੜੇ ਕਰਮ ਨੇ ਜੀ, ਕਿੱਥੇ ਜਾ ਕੇ ਬਦਲੋਗੇ ਮਾੜੇ ਕਰਮ? ਆ ਇੱਕ ਬਾਬੇ ਨਾਨਕ ਦਾ ਦਰ ਹੈ ਜਿੱਥੇ ਕਰਮ ਬਦਲੇ ਜਾਂਦੇ ਨੇ, ਜਿੱਥੇ ਲੇਖ ਲਿਖੇ ਜਾਂਦੇ ਨੇ ਤੇ ਲੇਖ ਮਿਟਾਏ ਵੀ ਜਾਂਦੇ ਨੇ। ਆਖੋ ਸਤਿਨਾਮ। ਤਾਂ ਗੁਰਮੁਖ ਪਿਆਰਿਓ, ਕਹਿੰਦੇ ਜਿਸ ਦਾ ਫਲ ਉਹਨਾਂ ਨੂੰ ਸੁਖ ਭੋਗਣਾ ਮਿਲਦਾ ਹੈ, ਜੇ ਕੋਈ ਗੁਰ ਪੀਰ ਦੇ ਚਰਨਾਂ ਉੱਤੇ, ਸਾਧੂ ਮਹਾਂਪੁਰਖ ਦੇ ਚਰਨਾਂ ਦੇ ਉੱਤੇ ਮੱਥਾ ਨਾ ਟੇਕੇ ਪੁੱਠਾ ਆਕੜਿਆ ਹੀ ਰਹੇ ਤਾਂ ਉਸ ਦੇ ਪੁੱਠੇ ਕਰਮ ਵਿਧਾਤੇ ਦੇ ਲਿਖੇ ਹੋਏ ਅਨੁਸਾਰ ਫਿਰ ਕਹਿੰਦੇ ਪੁੱਠੇ ਹੀ ਰਹਿੰਦੇ ਨੇ। ਆਖੋ ਸਤਿਨਾਮ। ਜੇ ਹੁਣ ਮੋਹਰ ਨੂੰ ਲਾ ਕੇ ਉਹਨੂੰ ਕਾਗਜ਼ ਤੇ ਨਹੀਂ ਲਾਵਾਂਗੇ ਤੇ ਗੁਰਮੁਖ ਪਿਆਰੇ ਅੱਖਰ ਸਿੱਧੇ ਨਹੀਂ ਹੋਣੇ, ਪੜ੍ਹੇ ਨਹੀਂ ਹੋਣੇ ਤੇ ਉਹਨਾਂ ਨੇ ਪੁੱਠੇ ਹੀ ਰਹਿਣਾ ਹੈ। ਜਦੋਂ ਸਾਹੀ ਦੇ ਨਾਲ ਲਾ ਕੇ ਕਾਗਜ਼ ਦੇ ਉੱਤੇ ਲਾਵਾਂਗੇ ਤੇ ਉਹ ਅੱਖਰ ਸਿੱਧੇ ਹੋ ਜਾਂਦੇ ਨੇ, ਪੜ੍ਹੇ ਜਾਣੇ ਨੇ। ਮਹਾਰਾਜ ਜੀ ਕਹਿੰਦੇ ਫਿਰ ਜਿਹੜੇ ਕਰਮ ਵਿਧਾਤੇ ਦੇ ਲੇਖ ਲਿਖੇ ਹਨ, ਲਿਖੇ ਅਨੁਸਾਰ ਉਹ ਪੁੱਠੇ ਹੀ ਰਹਿੰਦੇ ਨੇ। ਜਿਹੜਾ ਸਿੱਖ ਨੀਵਾਂ ਹੋ ਕੇ ਗੁਰੂ ਵਿੱਚ ਸਰਦਾ ਭਾਵਨਾ ਰੱਖਦਾ ਹੈ, ਉਹ ਪੁੱਤਰ
ਅਤੇ ਧਨ ਆਦਿਕ ਦੇ ਸੁੱਖ ਭੋਗਦਾ ਹੈ। ਇਸ ਤਰ੍ਹਾਂ ਆਪਣਾ ਸੰਸਾਰ ਨਿਵਰਤ ਕਰਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਗੁਰੂ ਘਰ ਦੀ ਮਹਿਮਾ ਕਰਦਾ ਹੋਇਆ ਚਲਿਆ ਗਿਆ। ਤਾਂ ਗੁਰਮੁਖ ਪਿਆਰਿਓ, ਡਾਕਟਰ ਲਿਖ ਦਿੰਦੇ ਨੇ ਵੀ ਇਹਦਾ ਕੋਈ ਇਲਾਜ ਨਹੀਂ, ਘਰੇ ਲੈ ਜਾਓ, ਸੇਵਾ ਕਰ ਲਓ। ਜੇ ਉਹ ਗੁਰੂ ਦੀ ਸ਼ਰਨ ਲੈ ਲਵੇ ਨਾ, ਗੁਰੂ ਦੇ ਚਰਨਾਂ 'ਚ ਆ ਜਾਵੇ ਵੀ ਲੈ ਸੱਚੇ ਪਾਤਸ਼ਾਹ ਹੁਣ ਤੇਰੀਆਂ, ਭਾਵੇਂ ਮਾਰ ਰੱਖ, ਜੋ ਮਰਜ਼ੀ ਕਰ, ਸਿਮਰਨ ਕਰਨਾ ਸ਼ੁਰੂ ਕਰ ਦੇ, ਮੂਲ ਮੰਤਰ ਦੇ ਪਾਠ ਕਰਨਾ ਸ਼ੁਰੂ ਕਰ ਦੇ, ਉਹ ਵੀ ਗੁਰਮੁਖ ਪਿਆਰੇ ਨਾਉ ਵਰਨਾਉ ਹੋ ਜਾਂਦਾ। ਆਖੋ ਸਤਿਨਾਮ। ਜਿਹੜੀਆਂ ਡਾਕਟਰ ਦੀਆਂ ਰਿਪੋਰਟਾਂ ਦੱਸ ਦਿੰਦੀਆਂ ਨੇ ਵੀ ਕੋਈ ਨੁਕਸ ਨਹੀਂ ਹੈ, ਬੰਦਾ ਠੀਕ ਨਹੀਂ ਹੈ, ਰਿਪੋਰਟਾਂ ਦੱਸ ਦਿੰਦੀਆਂ ਨੇ ਵੀ ਕੋਈ ਨੁਕਸ ਨਹੀਂ ਹੈ, ਫਿਰ ਉਹਦੀ ਕਿਹੜੀ ਦਵਾਈ ਹੈ ਭਾਈ? ਉਹਨੂੰ ਡਾਕਟਰ ਕਿਹੜੀ ਦਵਾਈ ਦੇਣ? ਉੱਥੇ ਕਿਹੜੀ ਦਵਾਈ ਕੰਮ ਕਰੂ? ਉੱਥੇ ਫਿਰ ਗੁਰੂ ਦੇ ਅੱਗੇ ਅਰਦਾਸ ਕੰਮ ਕਰਦੀ। ਆਖੋ ਸਤਿਨਾਮ। ਜਿੱਥੇ ਦਲੀਲ, ਵਕੀਲ, ਅਪੀਲ ਨਾ ਕੰਮ ਕਰੇ, ਉੱਥੇ ਫਿਰ ਗੁਰੂ ਦੇ ਅੱਗੇ ਅਰਦਾਸ ਕੀਤੀ ਕੰਮ ਕਰਦੀ ਹੈ। ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ। ਉਹ ਸੱਚੇ ਸਾਈਂ ਦੇ ਅੱਗੇ ਅਰਦਾਸ ਕਰਾਂਗੇ ਨਾ ਜਦੋਂ, ਫਿਰ ਕਿਰਪਾ ਹੋ ਜਾਂਦੀ ਆ। ਡਾਕਟਰ ਕਹਿ ਦੇਣ ਵੀ ਕਰਮਾਂ ਦੇ ਵਿੱਚ ਪੁੱਤਰ ਲਿਖਿਆ ਨਹੀਂ ਹੋਇਆ ਭਾਈ, ਇਹਨਾਂ ਦੇ ਬੱਚਾ ਨਹੀਂ ਹੋ ਸਕਦਾ, ਕਹਿ ਦੇਣ ਨਾ ਵੀ ਡਾਕਟਰ ਵੀ ਬੱਚਾ ਨਹੀਂ ਹੋ ਸਕਦਾ। ਗੁਰੂ ਦੇ ਚਰਨਾਂ ਦੀ ਸੇਵਾ ਕਰੋ, ਗੁਰੂ ਤੇ ਸਰਦਾ ਭਰੋਸਾ ਰੱਖ ਕੇ, ਵਿਸ਼ਵਾਸ ਰੱਖ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਕਰੋ, ਸੇਵਾ ਕਰਦੇ ਜਾਓ ਤੇ ਗੁਰੂ ਨੇ ਕਿਰਪਾ ਕਰ ਦੇਣੀ। ਆਖੋ ਸਤਿਨਾਮ। ਗੁਰੂ ਨੇ ਕਿਰਪਾ ਕਰ ਦੇਣੀ ਹੈ, ਰਹਿਮਤ ਕਰ ਦੇਣੀ। ਉਹ ਸਮਰੱਥ ਹੈ, ਉਹ ਬੜਾ ਬਲੀ ਹੈ, ਬੜੀ ਸਮਰੱਥਾ ਰੱਖਦਾ ਹੈ। ਸਰਦਾ ਜ਼ਰੂਰੀ ਆ, ਸਰਦਾ ਤੋਂ ਬਿਨਾਂ ਕੁਝ ਨਹੀਂ ਬਣਦਾ। ਮਹਾਰਾਜ ਜੀ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੇਮ ਕੀਤਾ, ਸਰਦਾ ਰੱਖੀ, ਭਾਵਨਾ ਬਣਾਈ, ਤੇ ਉਹਨਾਂ ਨੇ ਸਭ ਕੁਝ ਪਾਇਆ ਹੈ। ਆਖੋ ਸਤਿਨਾਮ। ਬਹੁਤ ਵੱਡੀਆਂ ਵੱਡੀਆਂ ਮਿਹਰਾਂ ਹੁੰਦੀਆਂ ਵੇਖੀਆਂ ਨੇ। ਇੱਕ ਤਾਂ ਗੱਲ ਹੁੰਦੀ ਹੈ ਸੁਣੀ ਸੁਣਾਈ, ਇੱਕ ਗੱਲ ਹੁੰਦੀ ਹੈ ਵੀ ਖੁਦ ਆਪ ਦੇਖੀ। ਬਹੁਤ ਵੱਡੀਆਂ ਵੱਡੀਆਂ ਗੁਰੂ ਮਿਹਰਾਂ ਕਰ ਦਿੰਦਾ, ਰਹਿਮਤ ਕਰ ਦਿੰਦਾ ਹੈ। ਪਰ ਸਦਾ ਵਿਸ਼ਵਾਸ ਭਰੋਸਾ। ਇਹ ਨਹੀਂ ਵੀ ਚਾਹੁੰਦੇ ਗੁਰਦੁਆਰੇ ਜਾਂਦੇ ਚਲੋ ਦੇਖਦੇ ਹਾਂ ਜੀ, ਜਾ ਕੇ 4 ਦਿਨ ਕੋਈ ਇੱਛਾ ਪੂਰੀ ਹੁੰਦੀ ਹੈ ਜਾਂ ਨਹੀਂ ਹੁੰਦੀ। ਜ਼ਿਆਦਾ ਕੀ ਮਤਲਬ ਭਾਈ? ਪੂਰਾ ਗੁਰੂ ਆ, ਪੂਰੇ ਗੁਰੂ ਨੇ ਕਿਰਪਾ ਕਰਨੀ ਆ। ਆਪਦੀਆਂ ਕਮੀਆਂ ਪੇਸ਼ੀਆਂ ਕੱਢ ਕੇ, ਹਉਮੈ ਹੰਕਾਰ ਈਰਖਾ ਦਵੈਸ ਸਭ ਕੁਝ ਛੱਡ ਕੇ, ਨਿਮਾਣਾ ਨਿਤਾੜਾ ਹੋ ਕੇ ਜਦੋਂ ਗੁਰੂ ਦੇ ਦਰ ਤੇ ਆਏਗਾ ਨਾ, ਤਾਂ ਤੇਰੀਆਂ ਸਰਦਾ ਮਨ ਦੀਆਂ ਭਾਵਨਾ ਗੁਰੂ ਨੇ ਉਹ ਪੂਰੀਆਂ ਕਰੇ ਦੇਣੀਆਂ ਨੇ। ਆਖੋ ਸਤਿਨਾਮ। ਸਤਿਗੁਰੂ ਸਮਰੱਥ ਆ ਭਾਈ, ਜੋ ਜੀਵ ਦੀ ਇੱਛਾ ਨਾ, ਉਹ ਇੱਛਾ ਪੂਰੀ ਕਰ ਦਿੰਦਾ। ਤਾਂ ਜਿਹੜਾ ਵੀ ਕੋਈ ਪੁੱਤਰ ਦੀ ਦਾਤ ਮੰਗਦਾ, ਗੁਰੂ ਦੇ ਕੋਲੋਂ ਆ ਕੇ ਸਰਦਾ ਭਾਵਨਾ ਦੇ ਨਾਲ ਉਹਨੂੰ ਪੁੱਤਰ ਦੀ ਦਾਤ ਦੇ ਦਿੰਦੇ ਨੇ। ਜਿਹੜਾ ਕੋਈ ਦੁੱਧ ਦੀ ਦਾਤ ਮੰਗਦਾ ਤੇ ਉਹਨੂੰ ਦੁੱਧ ਦੀ ਦਾਤ ਬਖਸ਼ ਦਿੰਦੇ ਨੇ। ਮਹਾਰਾਜ ਕਿਰਪਾ ਕਰ ਦਿੰਦੇ। ਬਚਨ ਹੁੰਦਾ, ਬਚਨੇ ਮੰਨਣਾ ਹੁੰਦਾ ਗੁਰੂ ਪੀਰਾਂ ਦਾ, ਸਾਧੂਆਂ ਦਾ। ਬਚਨਾਂ ਨੂੰ ਮੰਨਣਾ ਬੜਾ ਔਖਾ ਭਾਈ। ਮਹਾਰਾਜ ਜੀ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ ਗੁਰ ਪ੍ਰਸਾਦੀ ਤਰੀਐ। ਕਹਿੰਦੇ ਜਿਨ੍ਹਾਂ ਨੇ ਸੰਤਾਂ ਦਾ, ਰੱਬ ਦੇ ਪਿਆਰਿਆਂ ਦਾ ਬਚਨ ਕਮਾ ਲਿਆ ਨਾ, ਸਮਝ ਲਓ ਉਹ ਤਰ ਗਏ ਨੇ। ਆਖੋ ਸਤਿਨਾਮ। ਮੰਨ ਕੇ ਦੇਖੋ ਕੋਈ ਬਚਨ, ਇੱਕ ਬਚਨੇ ਮੰਨ ਲਓ। ਲੈ ਇੱਕ ਬਚਨ, ਇੱਕੇ ਮੰਨ ਲਓ, ਇੱਕੇ ਬਹੁਤ ਆ। ਇੱਕ ਬਚਨ ਕੀ?
सिमरन करया करो भाई, एक वचन करो सिमरन। फिर देखो की हुंदा, किहड़े चीज़ां दा नाश हुंदा ते किहड़े चीज़ां प्रकाश हुंदियां ने। इक्के वचन, बस बहुती दी लोड़ नहीं, भी सिमरन करो। इस तरह जदों असीं सिमरन करांगे, बंदगी करांगे, सतगुरु जी ने फिर मन दी भावना पूरियां कर देनियां ने। जदों इस तरह सलारदीन काजी नूं गुरु जी ने गल्लां बातां सुनाइयां, इस तरह अपना संसा निवृत्त करके गुरु जी नूं नमस्कार करके गुरु घर की महिमा करदा होया चलिया गया। हुण अगे इतिहास मर्दां दे मूँह ना फटकारन वाली बीबी। दूसरे दिन जब दीवान लगा तो गुरु जी ने उच्ची आवाज नाल कहा, दीवान विच कोई ऐसी स्त्री है जिसने मर्द दा मूँह कदी ना फटकारिया होवे। कलगीधर पातशाह गुरु गोबिंद सिंह महाराज जी कहते कोई ऐसी स्त्री है जिसने कदी भी मर्द दा मूँह ना फटकारिया होवे। संगत विच जितनियां स्त्रियां बैठियां सन, गुरु जी दा वचन सुन के सब चुप करके बैठ रही। आखो सतनाम। सारे चुप कर गए। पर एक सिख स्त्री बीबी ने खड़े होके कहा, सच्चे पातशाह मैं छोटे बड़े मर्द दा मूँह कदी नहीं फटकारिया। सतगुरु जी ने कहा, शाबाश है तेनू, पर बीबी तू सारी संगत दे नीचे वाते अपनी गल दस के तू किस कारण मर्द दा मूँह नहीं फटकारिया। सिंघणी ने कहा, सच्चे पातशाह जी मेरा नाम भागण है, मैं आगरे दी रहन वाली हाँ। मेरा पति बादशाह दा दीवान सी, उस पास बड़ा धन सी, समा पा के वो मर गया। उस दे मरण दा जद बादशाह नूं पता लगा तो उसने अपने सिपाही भेज के साडी सारी जायदाद अपने कब्जे विच कर लई। सिपाहियां नूं पातशाह ने हुक्म दिता कि दीवान दा जेकर कोई पुत्र होवे तां उसनूं मेरे कोल हाजिर करो। सिपाहियां ने सारी गल साडे पासों पुछ के बादशाह नूं दसिया कि दीवान दे घर 7 लड़कियां हन, पर पुत्र कोई नहीं। 8वां बच्चा दीवान की स्त्री दे पैदा होने वाला है। 7 लड़कियां ने ते 8वां बच्चा पैदा होने वाला है। होर उसका कोई भाई संबंधी नहीं है जो उसकी जायदाद का मालिक बने। जद बादशाह दे हुक्म दिता कि उस पैदा होने वाले बच्चे का ध्यान रखो, जेकर वो लड़का होवे तां ये जायदाद उसनूं देनी, पर जेकर लड़की होवे तां सब कुछ जब्त करके शाही खजाने विच पा देना। दीवान दे घर अगे
ਬਾਦਸ਼ਾਹ ਦੇ ਆਦਮੀਆਂ ਦਾ ਪਹਿਰਾ ਲਗਾਇਆ ਗਿਆ ਅਤੇ ਜਦ ਸਮਾਂ ਪਾ ਕੇ ਦੀਵਾਨ ਦੀ ਇਸਤਰੀ ਨੂੰ ਲੜਕਾ ਪੈਦਾ ਹੋਇਆ ਤਾਂ ਘਰ ਵਿੱਚ ਬੜਾ ਉਤਸ਼ਾਹ ਮਨਾਇਆ ਗਿਆ, ਕਿਉਂਕਿ 7 ਲੜਕੀਆਂ ਬਾਅਦ ਲੜਕਾ ਹੋਇਆ। ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਤਾਂ ਗੁਰਮੁਖ ਪਿਆਰਿਓ, ਬਾਜੇ ਗਾਜੇ ਤੇ ਵਧਾਈਆਂ ਮਿਲੀਆਂ। ਸਿਪਾਹੀਆਂ ਨੇ ਜਦ ਬਾਦਸ਼ਾਹ ਨੂੰ ਪੁੱਤਰ ਜਨਮੇ ਦੀ ਖਬਰ ਦਿੱਤੀ ਤਾਂ ਉਸਨੇ ਤਤਸੀਨ ਹੀ ਘਰ ਦੀ ਜਾਇਦਾਦ ਆਜ਼ਾਦ ਕਰ ਦਿੱਤੀ ਤੇ ਲੜਕੇ ਦਾ ਉਸ ਦੇ ਪਤੀ ਸਮਾਨ ਹੀ ਰੋਜ਼ਾਨਾ ਬੰਨ੍ਹ ਦਿੱਤਾ। ਬੀਬੀ ਕਹਿਣ ਲੱਗੀ, ਕਹਿੰਦੀ ਉਸ ਸਮੇਂ ਅਸਾਂ 7 ਭੈਣਾਂ ਤੇ ਸਾਡੀ ਮਾਤਾ ਨੇ ਕਿਹਾ ਕਿ ਮਰਦ ਧਨ ਹੈ, ਜਿਹਦੇ ਪਿੱਛੇ ਸਾਰਾ ਪਰਿਵਾਰ ਹੀ ਛੁੱਟ ਗਿਆ ਹੈ। ਮਰਦ ਦਾੜੀ ਧਨ ਹੈ ਜੋ ਇਸ ਲੋਕ ਵਿੱਚ ਤੇ ਦਰਗਾਹ ਵਿੱਚ ਮੰਨੀ ਜਾਂਦੀ ਹੈ। ਸੱਚੇ ਪਾਤਸ਼ਾਹ ਜੀ, ਮੈਂ ਉਸ ਦਿਨ ਤੋਂ ਮਨ ਵਿੱਚ ਨਿਸ਼ਚਾ ਕਰਕੇ ਮਰਦ ਦਾ ਮੂੰਹ ਨਹੀਂ ਫਟਕਾਰਿਆ। ਇਹ ਵਾਰਤਾ ਸੁਣ ਕੇ ਸੰਗਤ ਨੂੰ ਵੀ ਨਿਸ਼ਚਾ ਹੋ ਗਿਆ ਕਿ ਬੀਬੀ ਠੀਕ ਕਹਿੰਦੀ ਹੈ। ਕੁਝ ਦਿਨ ਅਨੰਦਪੁਰ ਸਾਹਿਬ ਰਹਿ ਕੇ ਬੀਬੀ ਆਗਿਆ ਲੈ ਕੇ ਆਗਰੇ ਨੂੰ ਵਿਦਾ ਹੋ ਗਈ। ਇੱਕ ਬਣਜਾਰਾ ਸਿੱਖ ਬਣਿਆ। ਇਸ ਤਰ੍ਹਾਂ ਹੀ ਗੁਰੂ ਜੀ ਦੇ ਰੋਜ਼ ਦੀਵਾਨ ਲੱਗਦੇ ਤੇ ਸੰਗਤਾਂ ਆਉਂਦੀਆਂ, ਭੇਟਾਂ ਰੱਖ ਕੇ ਮੱਥਾ ਟੇਕਦੀਆਂ, ਮਨ ਦੀਆਂ ਮੁਰਾਦਾਂ ਪੂਰੀਆਂ ਕਰਕੇ ਘਰਾਂ ਨੂੰ ਜਾਂਦੀਆਂ। ਨਿਤ ਨਵੀਆਂ ਰੌਣਕਾਂ ਰਹਿੰਦੀਆਂ, ਨਿਤ ਨਵੀਆਂ ਰੌਣਕਾਂ ਰਹਿੰਦੀਆਂ। ਕੱਤਕ ਬੀਤ ਗਿਆ ਅਤੇ ਮੱਘਰ ਚੜ੍ਹ ਗਿਆ। ਗੁਰੂ ਜੀ ਦੀਵਾਨ ਵਿੱਚ ਬਿਰਾਜਮਾਨ ਸਨ। ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਸਰਦੀ ਆ ਗਈ ਹੈ, ਕੱਪੜਿਆਂ ਦੀ ਬਹੁਤ ਲੋੜ ਹੈ, ਇਸ ਵਾਸਤੇ ਧਨ ਬਹੁਤਾ ਚਾਹੀਦਾ ਹੈ। ਇੰਨੇ ਚਿਰ ਵਿੱਚ ਇੱਕ ਬਣਜਾਰਾ ਸਿੱਖ ਆ ਗਿਆ। ਉਸਨੇ ਉਹਨਾਂ ਵੇਲਿਆਂ ਦਾ 2000 ਰੁਪਈਆ ਸਤਿਗੁਰੂ ਜੀ ਨੂੰ ਮੱਥਾ ਟੇਕਿਆ। ਉਸ ਸਮਿਆਂ ਦਾ 2000 ਰੁਪਈਆ ਕੇ ਮੱਥਾ ਟੇਕਿਆ। ਸਤਿਗੁਰੂ ਜੀ ਨੇ ਉਸ ਨੂੰ ਪੁੱਛਿਆ, ਕਹਿੰਦੇ ਭਾਈ ਸਿੱਖਾ, ਇਹ ਰੁਪਈਆ ਕੈਸਾ ਹੈ? ਤੂੰ ਕਿੱਥੇ ਰਹਿੰਦਾ ਹੈ ਅਤੇ ਕਿਹਦਾ ਤੂੰ ਸਿੱਖ ਹੈ? ਬਣਜਾਰੇ ਨੇ ਹੱਥ ਜੋੜ ਕੇ ਕਿਹਾ, ਕਹਿੰਦੇ ਮਹਾਰਾਜ, ਮੈਂ ਮੁਲਤਾਨ ਦੇ ਰਹਿਣ ਵਾਲਾ ਹਾਂ ਤੇ ਨਿਗਾਹੇ ਪੀਰ ਦਾ ਚੇਲਾ ਹਾਂ। ਮੈਂ ਮੁਲਤਾਨ ਦੇ ਰਹਿਣ ਵਾਲਾ ਹਾਂ, ਨਿਗਾਹੇ ਪੀਰ ਦਾ ਚੇਲਾ ਹਾਂ। ਇੱਧਰ ਮੈਂ ਵਣਜ ਕਰਨ ਵਾਸਤੇ ਆਇਆ ਸਾਂ। ਜਦ ਮੇਰਾ ਮਾਲ ਕਿਤੇ ਨਾ ਵਿਕਿਆ ਤਾਂ ਮੈਂ ਬਹੁਤ ਵਿਆਕੁਲ ਹੋ ਗਿਆ। ਮੈਂ ਲੋਕਾਂ ਨੂੰ ਪੁੱਛਿਆ, ਮੈਨੂੰ ਕੋਈ ਇਹੋ ਜਿਹਾ ਪੀਰ ਦੱਸੋ ਜਿਹਦੀ ਮੈਂ ਸੁਖਣਾ ਸੁੱਖਾਂ ਤੇ ਮੇਰਾ ਸਾਰਾ ਮਾਲ ਵਿਕ ਜਾਵੇ। ਫਿਰ ਮੈਨੂੰ ਲੋਕਾਂ ਨੇ ਮੈਨੂੰ ਦੱਸਿਆ ਕਿ ਅੱਜ ਦੇ ਸਮੇਂ ਜਗਤ ਵਿੱਚ ਗੁਰੂ ਜੀ ਜ਼ਾਹਰ ਪੀਰ ਹਨ। ਜਦੋਂ ਮੈਂ ਗੁਰੂ ਜੀ ਦੀ ਸੁਖਣਾ ਸੁਖੀ, ਮੇਰਾ 60,000 ਦਾ ਮਾਲ ਵਿਕ ਗਿਆ। ਜਦੋਂ ਮੈਂ ਗੁਰੂ ਜੀ ਦੀ ਸੁਖਣਾ ਸੁਖੀ ਕਹਿੰਦਾ, ਮੇਰਾ 60,000 ਦਾ ਮਾਲ ਵਿਕ ਗਿਆ। ਉਸ ਵਿੱਚੋਂ ਜਿੰਨਾ ਕੁ ਨਫਾ ਮੈਂ ਸਮਝਿਆ, ਮੈਂ ਉਹਦਾ 10ਵਾਂ ਹਿੱਸਾ ਮੈਂ ਤੁਹਾਡੀ ਭੇਟਾ ਕੀਤਾ। ਆਖੋ ਸਤਿਨਾਮ।
ਉਹਦਾ 10ਵਾਂ ਹਿੱਸਾ ਬਣਿਆ ਸੀ 2000 ਰੁਪਇਆ। ਜਿੰਨਾ ਨਫਾ ਹੋਇਆ 60,000 ਦੇ ਵਿੱਚੋਂ ਖਰਚਾ ਕੱਢ ਕੇ ਜਿੰਨਾ ਨਫਾ ਹੋਇਆ ਉਹਦਾ 10ਵਾਂ ਹਿੱਸਾ ਮੈਂ ਤੁਹਾਡੀ 2000 ਭੇਟਾ ਕੀਤਾ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਜਿਸ ਦਾ ਖੇਤ ਹੋਵੇ ਅੰਨ ਵੀ ਉਸੇ ਦਾ ਹੀ ਹੁੰਦਾ ਹੈ। ਜਿਹਦਾ ਖੇਤ ਆ, ਹੁਣ ਮੰਨ ਲਓ ਵੀ ਜ਼ਿਮੀਂਦਾਰਾਂ ਦਾ ਖੇਤ ਆ, ਖੇਤ ਦੇ ਵਿੱਚ ਜਿਹੜਾ ਹੁਣ ਫਸਲ ਬੀਜੀ ਹੋਈ ਆ ਉਹ ਫਸਲ ਤਾਂ ਹੁਣ ਜ਼ਿਮੀਂਦਾਰ ਦੀ ਆਉਣੀ ਹੈ ਨਾ। ਹੁਣ ਜੇ ਮੇਰੇ ਵਰਗਾ ਜਾ ਕੇ ਉਹਨੂੰ ਵੱਢੂਗਾ ਤਾਂ ਡਾਂਗੇ ਖਾਊਗਾ, ਕੋਈ ਜਤਨਾ ਹੈ। ਕੋਈ ਦਿੰਦਾ ਕੋਈ ਵੱਢਣਾ, ਕੋਈ ਨਹੀਂ ਦਿੰਦਾ। ਜਿਹਦਾ ਖੇਤ ਆ ਉਹੀ ਵੱਢੂਗਾ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜਿਹਦਾ ਖੇਤ ਹੋਵੇ ਅੰਨ ਵੀ ਉਸੇ ਦਾ ਹੀ ਹੁੰਦਾ ਹੈ। ਕੋਈ ਤੁਰਿਆ ਜਾਂਦਾ ਰਾਹੀ ਖੇਤ ਵਿੱਚੋਂ ਗਊ ਚੁਗਦੀ ਕੱਢ ਦੇਵੇ ਤਾਂ ਉਹ ਖੇਤ ਦਾ ਮਾਲਕ ਨਹੀਂ ਬਣ ਜਾਂਦਾ। ਇਸ ਕਰਕੇ ਤੂੰ ਜਿਹਦਾ ਮੁਰੀਦ ਹੈ, ਜਿਹਦਾ ਤੂੰ ਚੇਲਾ ਹੈ, ਉਸ ਨੂੰ ਹਾਂਜੀ ਜਾ ਕੇ ਇਹ ਜਿਹੜੀ ਕਹਿੰਦਾ ਮਹਾਰਾਜ ਜੀ ਕਹਿੰਦੇ ਜਿਹੜੀ ਭੇਟਾ ਜਿਹਦਾ ਤੂੰ ਚੇਲਾ, ਕਹਿੰਦੇ ਉਹਨੂੰ ਜਾ ਕੇ ਭੇਟਾ ਕਰ। ਇਹ ਭੇਟਾ ਕਰ ਦਿਓ। ਗੁਰੂ ਜੀ ਕਿਸੇ ਦਾ ਰਾਹ ਨਹੀਂ ਮਾਰਦੇ। ਬਣਜਾਰੇ ਨੇ ਕਿਹਾ, ਹੈ ਮਾਲਕ, ਹੈ ਗੁਰੂ ਜੀ, ਮੈਂ ਤਾਂ ਤੁਹਾਨੂੰ ਆਪਣੀ ਪਿਛਲੀ ਪੀਰੀ ਤੇ ਮੁਰੀਦੀ ਦੱਸੀ ਹੈ, ਪਰ ਜਦ ਤੋਂ ਮੈਂ ਗੁਰੂ ਘਰ ਦੀ ਸੁਖਣਾ ਸੁਖ ਕੇ ਮੁਰਾਦ ਪਾਈ ਹੈ, ਤਦ ਤੋਂ ਮੈਂ ਆਪ ਦਾ ਸਿੱਖ ਹਾਂ। ਤਦ ਤੋਂ ਮੈਂ ਆਪ ਜੀ ਦਾ ਸਿੱਖ ਹਾਂ। ਪਿਛਲੇ ਗੁਨਾਹ ਮੈਨੂੰ ਬਖਸ਼ ਦਿਓ ਤੇ ਹੁਣ ਮੈਨੂੰ ਆਪਣਾ ਸਿੱਖੀ ਬਖਸ਼ੋ। ਗੁਰੂ ਜੀ ਨੇ ਬਚਨ ਕੀਤਾ ਕਿ ਜੋ ਹਿੰਦੂਆਂ ਦੇ ਸਿੱਖ ਮੈਨੂੰ ਆਪਣੀ, ਵਾਹਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਿ ਜੋ ਹਿੰਦੂਆਂ ਦੇ ਸਿੱਖ ਚੇਲੇ ਹਨ ਤਾਂ ਉਹ ਸਾਡੇ ਸਿੱਖ ਬਣ ਸਕਦੇ ਹਨ, ਪਰ ਤੁਰਕਾਂ ਨੂੰ ਅਸੀਂ ਖੰਡੇ ਨਾਲ ਸੋਧਣਾ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਤਾਂ ਹਿੰਦੂ ਨੇ ਉਹ ਸਾਡੇ ਸਿੱਖ ਬਣ ਸਕਦੇ ਨੇ, ਪਰ ਜਿਹੜੇ ਤੁਰਕ ਨੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਅਸੀਂ ਖੰਡੇ ਦੇ ਨਾਲ ਸੋਧਣਾ ਹੈ। ਇਸ ਬਾਤ ਤੇ ਜੋ ਉਹਨਾਂ ਦਾ ਸਿੱਖ ਹੈ ਉਹ ਮੇਰਾ ਸਿੱਖ ਨਹੀਂ ਬਣ ਸਕਦਾ, ਅਤੇ ਜੋ ਮੇਰਾ ਸਿੱਖ ਹੈ ਉਹ ਉਹਨਾਂ ਨੂੰ ਵੇਖੇਗਾ ਵੀ ਨਹੀਂ। ਆਖੋ ਸਤਿਨਾਮ। ਉਹਨਾਂ ਨੂੰ ਵੇਖੇਗਾ ਵੀ ਨਹੀਂ। ਤੂੰ ਜੇ ਸਿੱਖ ਹੋਣਾ ਹੈ ਤਾਂ ਸਾਰੇ ਕੇਸ ਰੱਖ ਕੇ ਹੋ ਸਕਦਾ ਹੈ ਇਹ ਧਨ ਦੇਣਾ ਲੈਣਾ ਤਾਂ ਸੌਖਾ ਹੈ, ਪਰ ਸਰਦਾ ਨਾਲ ਸਿੱਖੀ ਧਾਰਨ ਕਰਨੀ ਔਖੀ ਹੈ, ਕਿਉਂਕਿ ਸਿਦਕ ਭਰੋਸਾ ਦੁੱਖਾਂ ਨੂੰ ਨਾਸ ਕਰਦਾ ਹੈ ਤੇ ਬੇਸਿਦਕੀ ਘਰ ਬਰਬਾਦ ਕਰ ਦਿੰਦੀ ਹੈ। ਇਸ ਕਰਕੇ ਬੇਸਿਦਕੀ ਸਰਦਾਹੀਨ ਪੁਰਸ਼ ਦਾ ਕੋਈ ਗੁਰੂ ਪੀਰ ਨਹੀਂ ਹੁੰਦਾ। ਜਿਹਨੂੰ ਕੋਈ ਸਰਦਾ ਨਹੀਂ ਹੈ, ਕੋਈ ਭਾਵਨਾ ਨਹੀਂ ਹੈ, ਮਹਾਰਾਜ ਜੀ ਕਹਿੰਦੇ ਉਹਦਾ ਕੋਈ ਗੁਰੂ ਪੀਰ ਨਹੀਂ ਹੁੰਦਾ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਜੀ ਤੋਂ ਐਸੇ ਸ਼ੁਭ ਵਚਨ ਸੁਣ ਕੇ ਬਣਜਾਰੇ ਨੇ ਖੰਡੇ ਬਾਟੇ ਦੀ ਪਹੁਲ ਲੈ ਕੇ ਸਿੱਖੀ ਧਾਰਨ ਕਰ ਲਈ। ਉਪਰੰਤ ਗੁਰੂ ਜੀ ਨੇ ਉਸਦੀ 2000 ਰੁਪਏ ਭੇਟਾ ਪ੍ਰਵਾਨ ਕਰਕੇ ਸਿੱਖ ਨੂੰ ਕੱਪੜੇ ਬਣਾਉਣ ਵਾਸਤੇ ਦੇ ਦਿੱਤੇ, ਅਤੇ ਬਣਜਾਰਾ ਸਿੱਖ ਸਰਦਾ ਪ੍ਰੇਮ ਨਾਲ ਗੁਰੂ ਦੀ ਸੇਵਾ ਵਿੱਚ ਕੁਝ ਸਮਾਂ ਬਤੀਤ ਕਰਕੇ ਆਪਣੇ ਕਾਰ ਵਿਹਾਰ ਕਰਨ ਵਾਸਤੇ ਚਲਿਆ ਗਿਆ।
आओ इन्नी क सेवा प्रवान करो गुरबाणी पढ़दे सुनदे कोलों। एक नहीं नेका ही प्रकार दी गलतियां भुल्लां चुक्कां हो जांदियां ने। संगतां सतगुरु जी बख्शनहार हन। अगों बात ते सिर ते मेरा ब्रत रख के शुद्ध स्पष्ट गुरबाणी पढ़न दी, सेवा करन दी, कथा कीर्तन करन दी सोझी आ जाए। लोक सुखीए परलोक सहेले, नानक हर प्रभ आपे मिले। कलगीधर पातशाह गुरु गोबिंद सिंह महाराज जी का बचन है भाई, गुरबाणी दे विच लिखिया होया, जो ये कथा सुने अर गावै, दुख पाप तह नहीं टन्या आवै। महाराज जी कहते जिहड़े एक कथा नूं गाउंदे ने, एक कथा नूं सुणदे ने, महाराज जी कहते उन्हां दे नेड़े दुख पाप नेड़े नहीं आउंदा। इस करके समा कढ के जरूर सारे माई भाई गुरबाणी दी, गुर इतिहास दी कथा सुनिया करो। सानू पता लग सके भी 42 साल की उम्र दे विच गुरु गोबिंद सिंह महाराज जी ने की कीता, किन्नू तारिया, किन्नू वारिया, कित्थे गए कित्थे आए, ये सारा पता लगता इतिहास दे विच सुन के। संगत सत संगत दी सेवा तो बिना शरीर अपवित्र है, भाव के मैला है। बिन सेवा धिरग हथ पैर हो न फल करनी। भाई गुरदास जी कहते ने ये विचार आपां करांगे कल नूं। आओ गुरबाणी पढ़दे सुनदे कोलों एक नहीं नेका ही प्रकार दियां गलतियां भुल्लां चुक्कां हो जांदियां ने। संगतां सतगुरु जी बख्शनहार हन। अगों बात ते सिर मेरा ब्रत रख के शुद्ध सपाट गुरबाणी पढ़न दी, सेवा करन दी, कथा कीर्तन करन दी सोझी आ जाए। जो अज देग दी सेवा है, सरदार अमरजीत सिंह जी फक्कर, सरदार अमरजीत सिंह जी फक्कर इन्हां परिवार वालों देग दी सेवा हाजिर है। अते गुरप्रीत सिंह जी के जन्मदिन की खुशी विच परिवार वालों देग दी सेवा हाजिर है। आओ एक बेनती मैं जरूर करांगा, घट्टो घट जे बहुता नहीं भी नंद साहब जी के पाठ तो पहला पहला देग की सेवा आनी जरूरी होंदी है। क्योंकि जे देग की सेवा लेट आवे फिर समझ लो बाणी का पाठ तो हो ही नहीं है। असल में तो ये होना चाहिए भी जदों जपजी साहब का जो आप हुक्मनामा शुरू कर देने आ, स्नान पानी करके उदों ही देग बना के नाल दी नाल गुरुद्वारा साहिब पहुँचाई जाए। क्योंकि पंजबाणी का नित नेम हुंदा, जो नितनेम पंजबाणी का हुंदा फिर वो अमृत बन जाता है। तो हुण कोई भी बाणी का जाप नहीं होया, इस करके घट्टो घट आनंद साहब जी के पाठ तो पहला पहला तो देग की सेवा जिहड़े परिवार घर की लगी हुई आ आउणे आउणा चाहिए। क्योंकि आनंद साहब जी का पाठ जरूरी हुंदा। इस करके बेनती नूं प्रवान करियो। आनंद साहब जी के पाठ तो पहला पहला देग गुरुद्वारा साहिब जरूर भाई आपो अपनी पहुँचाया करो ते सतगुरु महाराज जी दी खुशियां प्राप्त करया करो। लोक सुखीए परलोक सहेले, नानक हर प्रभ आपे मेले। सो अज महाराज की बड़ी कृपा होण जा रही आ। अज सतगुरु जी की बड़ी मेहर कृपा होण जा रही आ। तो सतगुरु जी के वास्ते आप अज पालकी लैके आनी आ, जो स्टील की पालकी आ, 6.5 फुट चौड़ी आ ते 7 फुट उच्ची आ पालकी, जिसकी कीमत है 70,000 रुपया। अते एक महाराज जी के वास्ते झूमर लैन जाना, जिथे लाइट लगी है बड़ी अपनी इत्थे लगना बड़ा झूमर होना, वो भी घट्टो घट 40-45,000 रुपये का झूमर आ। ते एक जिवें आपां घरां दे विच पाठ करन वास्ते जाने आ, लोहे दे पैपां दा जंगला हुंदा जिहदे उपर आपां चानणी बन्नदे आ। एक वो जंगला लोहे दे पैपां वाला चानणी वास्ते जिवें घरां 'च पाठ करदे आ। नहीं तो देखते कई बार
ਕਦੇ ਮੇਖਾਂ ਨਹੀਂ ਗੱਡੀਆਂ ਹੁੰਦੀਆਂ, ਕਦੇ ਥੋੜੀ ਨਹੀਂ ਲੱਭਦੀ, ਕਦੇ ਪੌੜੀ ਨਹੀਂ ਲੱਭਦੀ, ਅੱਧਾ ਸਮਾਂ ਤਾਂ ਹੀ ਖਰਾਬ ਹੋ ਜਾਂਦਾ। ਆਖੋ ਸਤਨਾਮ। ਅਤੇ ਇੱਕ ਆਪਾਂ ਨੇ ਬੈੱਡ ਤਿਆਰ ਕਰਵਾਇਆ ਮਹਾਰਾਜ ਜੀ ਵਾਸਤੇ, ਘਰਾਂ ਦੇ ਵਿੱਚ ਜਾਣ ਵਾਸਤੇ। ਬੈੱਡ ਤਾਂ ਵੈਸੇ ਪਹਿਲਾਂ ਵੀ ਬਣਿਆ ਹੋਇਆ ਸੀ, ਉਹ ਬੜਾ ਭਾਰੀ ਸੀ, ਚੱਕੇ ਨਹੀਂ ਜਾਂਦਾ ਸੀ। ਅਤੇ ਉਹ ਨਵਾਂ ਠੇਕੇਦਾਰ ਸਾਹਿਬ ਹਰਦੀਪ ਜੀ ਨੇ ਤਿਆਰ ਕੀਤਾ। ਸਾਨੂੰ ਮਹੀਨਾ ਹੋ ਗਿਆ, ਮੇਰਾ ਖਿਆਲ ਉੱਪਰੇ ਹੋ ਗਿਆ ਹੋਣਾ। ਰੋਜ਼ ਅਸੀਂ 1:30-2 ਵਜੇ ਇੱਥੋਂ ਜਾਂਦੇ ਹਾਂ। ਹਰਦੀਪ ਸਿੰਘ ਜੀ ਸੇਵਾ ਚੱਲ ਰਹੀ ਹੈ, ਰੋਜ਼ ਰਾਤ ਨੂੰ ਚੱਲਦਾ ਕੰਮ, ਕੋਈ ਨੂੰ ਕੰਮ ਨਵਾਂ। ਆਪਣਾ ਜਿਹੜਾ ਦੇਗ ਵਾਲਾ ਨਵਾਂ ਇਹ ਤਿਆਰ ਕਰਿਆ, ਅਤੇ ਇਹਦੇ ਵਿੱਚ ਟਾਕੀਆਂ ਟੁਕੀਆਂ ਲਾਈਆਂ ਨੇ ਉੱਪਰ, ਸਾਰਾ ਸਿਸਟਮ ਨਵਾਂ ਤਿਆਰ ਕਰਿਆ। ਇਸ ਤਰ੍ਹਾਂ ਸਤਿਗੁਰੂ ਕੁਝ ਨਾ ਕੁਝ ਸੇਵਾਵਾਂ ਲੈਂਦੇ ਰਹਿੰਦੇ ਨੇ। ਇਸੇ ਤਰ੍ਹਾਂ ਤੁਹਾਡਾ ਸਹਿਯੋਗ ਹੋਣਾ ਜ਼ਰੂਰੀ ਆ। ਤੁਹਾਡੇ ਸਹਿਯੋਗ ਤੋਂ ਬਿਨਾਂ ਕੁਝ ਨਹੀਂ ਬਣਦਾ। ਸੰਗਤਾਂ ਨਾਲ ਹੀ ਕਰਨਾ ਹੁੰਦਾ ਸਾਰਾ ਕੁਛ। ਕਿਰਪਾ ਗੁਰੂ ਦੀ ਹੁੰਦੀ ਆ, ਹੱਥ ਗੁਰੂ ਦਾ ਹੁੰਦਾ। ਅਤੇ ਗੁਰਮੁਖ ਪਿਆਰਿਓ, ਮਹਾਰਾਜ ਨੇ ਮਿਹਰ ਕਰਨੀ ਹੈ ਅਤੇ ਆਪਾਂ ਤੋਂ ਹੀ ਸਾਰੇ ਕਾਰਜ ਕਰਾਉਣੇ ਹੁੰਦੇ ਆ। ਸੋ ਆਓ ਅੱਜ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਅੱਜ ਲੈ ਕੇ ਆ ਰਹੇ, ਜਿਵੇਂ ਜਿਵੇਂ ਸਤਿਗੁਰੂ ਨੂੰ ਚੰਗਾ ਲੱਗਣਾ, ਜਿਸ ਤਰ੍ਹਾਂ ਦੀਆਂ ਉਸੇ ਤਰ੍ਹਾਂ ਦੀਆਂ ਅੱਜ ਅਸੀਂ 10 ਕੁ ਵਜੇ ਇੱਥੋਂ ਜਾਵਾਂਗੇ। ਮਹਾਰਾਜ ਕਿਰਪਾ ਕਰਨ, ਰਹਿਮਤ ਕਰਨ, ਅੰਗ ਸੰਗ ਹੋ ਕੇ ਹਰ ਪ੍ਰਕਾਰ ਦੀ ਸਹਾਇਤਾ ਕਰਨ। ਸੋ ਆਓ ਅਰਦਾਸ ਹੁਕਮਨਾਮਾ ਸਾਹਿਬ ਕੜਾਹ ਪ੍ਰਸਾਦੇ ਦੇ ਗੱਲ ਕਰਕੇ ਫਿਰ ਆਪੋ ਆਪਣੇ ਕਰੋ ਵਿਹਾਰ ਕਰਨੇ ਆ। ਲੋਕ ਸੁਖੀਏ ਪ੍ਰਲੋਕ ਸਹਿਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਓ ਹੁਣ 6 ਪੌੜੀ ਆਨੰਦ ਸਾਹਿਬ ਜੀ ਦਾ ਪਾਠ ਕਰੀਏ, ਕਿਉਂਕਿ ਦੇਗ ਲੇਟ ਆਈ ਹੈ ਤਾਂ ਆਨੰਦ ਸਾਹਿਬ ਜੀ ਦਾ ਪਾਠ ਕਰਨਾ ਪੈਣਾ। ਹੁਣ 6 ਪੌੜੀਆਂ। ਆਓ ਆਨੰਦ ਸਾਹਿਬ ਦੇ ਵਿੱਚ ਜੁੜੋ ਸਾਰੇ ਜੀ।